ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ। ਜਿਹੇ ਕੋਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਾਸਨਾ ਭਈ ਮਹਤਾਰੀ। ਜਿਹੇ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਾਸਨਾ ਮੋਹ ਅਪਰਾਧੀ। ਰਹਾਉ ਮੋਚ ਮੋਚ ਗਰਭ ਗਏ ਕੀਨ ਬਚਿਆ, ਬੁੱਢ ਭੁਜ ਰੂਪ ਜੀਵੇ ਜਗ ਮਝਿਆ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਸੱਜ ਕੇ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰਦਿਆਂ ਹੋਇਆਂ ਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 328 ਉੱਪਰ ਸੁਭਾਇਮਾਨ ਹੈ ਰਾਗ ਗੌੜੀ ਦੇ ਵਿੱਚ, ਆਪ ਜੀ ਨੇ ਪਾਠ ਦੇ ਰੂਪ ਵਿੱਚ ਹੁਣੇ ਹੀ ਦਾਸ ਪਾਸੋਂ ਸਰਵਣ ਕੀਤਾ ਹੈ। ਭਗਤ ਜੀ ਮਹਾਰਾਜ ਨੇ ਸਮੁੱਚੇ ਸ਼ਬਦ ਅੰਦਰ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਨਾਲੋਂ, ਰੱਬੀ ਗੁਣਾਂ ਨਾਲੋਂ, ਰੱਬੀ ਚੇਤਨਾ ਨਾਲੋਂ, ਰੱਬੀ ਇਬਾਦਤ ਨਾਲੋਂ ਟੁੱਟੇ ਹੋਏ ਮਨੁੱਖ ਨੂੰ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕਰਦਿਆਂ ਹੋਇਆਂ ਉਸ ਦੇ ਜੀਵਨ ਨੂੰ ਨਿਰਾਰਥਕ ਆਖਿਆ ਹੈ। ਸਕਾਰਥਾ ਅਸੀਂ ਉਸ ਨੂੰ ਮੰਨਦੇ ਹਾਂ ਜਿਸ ਦੇ ਜੀਵਨ ਵਿੱਚੋਂ ਕੋਈ ਚੰਗਾ ਅਰਥ ਪੈਦਾ ਹੁੰਦਾ ਹੋਵੇ। ਨਿਰਾਰਥਕ ਉਸ ਨੂੰ ਕਿਹਾ ਜਾਂਦਾ ਹੈ ਜਿਸ ਦੇ ਜੀਵਨ ਵਿੱਚੋਂ ਭਲਾਈ ਦਾ, ਚੰਗਿਆਈ ਦਾ ਕੋਈ ਪ੍ਰਭਾਵ ਨਾ ਝਲਕਦਾ ਹੋਵੇ, ਉਹ ਨਿਰਾਰਥਕ ਹੈ। ਸਾਰਥਕ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਲਾਹਿਆ ਵੀ ਤੇ ਵਡਿਆਇਆ ਵੀ। ਦੋ ਤਰ੍ਹਾਂ ਦੇ ਜੀਵਨ ਦੀ ਗੱਲ ਕਰਦੇ ਹਾਂ। ਮਹਾਰਾਜ ਨੇ ਬਾਣੀ ਦੇ ਵਿੱਚ ਫਰਮਾਇਆ, ਇੱਕ ਜੀਵਨ ਦੇ ਪ੍ਰਤੀ ਤੇ ਇਹ ਕਿਹਾ ਹੈ, ਜਨ ਪਰਉਪਕਾਰੀ ਆਏ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਤੇ ਦੂਜਾ ਜੀਵਨ ਕੀ ਹੈ? ਉਹਨਾਂ ਦੇ ਬਾਰੇ ਹਜ਼ੂਰ ਨੇ ਬਾਣੀ 'ਚ ਕਿਹਾ, ਜਿਨੀ ਐਸਾ ਹਰ ਨਾਮ ਨ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਉਹਨਾਂ ਨੂੰ ਮਹਾਰਾਜ ਨੇ ਇਸ ਜਗਤ ਦੇ ਵਿੱਚ ਉਹਨਾਂ ਦਾ ਆਉਣਾ, ਉਹਨਾਂ ਦਾ ਜੀਣਾ, ਉਹਦੇ ਸਾਹਮਣੇ ਪ੍ਰਸ਼ਨ ਚਿੰਨ੍ਹ ਲਾਇਆ। ਕੈਸੇ ਮਨੁੱਖਾਂ ਦਾ ਜ਼ਿੰਦਗੀ ਦੇ ਵਿੱਚ ਕੀ ਮਕਸਦ ਰਿਹਾ ਹੈ, ਕੀ ਪਰਪਜ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਦੋਵਾਂ ਦੀ ਕਰਮ ਆਧਾਰਿਤ ਵੰਡ ਕੀਤੀ ਹੈ। ਜਿਸ ਦੇ ਜਿਹੋ ਜਿਹੇ ਕਰਮ ਨੂੰ ਤੱਕਿਆ ਹੈ ਜਾਂ ਜਿਹੋ ਜਿਹੇ ਕਰਮ ਦੀ ਸਤਿਗੁਰੂ ਨੇ ਵਿਆਖਿਆ ਕੀਤੀ ਹੈ, ਉਸ ਨੂੰ ਉਹਦੇ ਮੁਤਾਬਕ ਗੁਰਮੁਖ ਜਾਂ ਮਨਮੁਖ ਲਿਖਿਆ। ਗੁਰਮੁਖ ਦਾ ਕਰਮ ਵੱਖਰਾ ਲਿਖਿਆ ਹੈ, ਮਨਮੁਖ ਦਾ ਕਰਮ ਵੱਖਰਾ ਲਿਖਿਆ। ਗੁਰਮੁਖ ਦੇ ਜੀਵਨ ਦੀ ਵੀ ਸਤਿਗੁਰੂ ਨੇ ਬਾਣੀ ਦੇ ਅੰਦਰ
ਵਿਆਖਿਆ ਕੀਤੀ ਤੇ ਮਨਮੁਖ ਦੇ ਜੀਵਨ ਦੀ ਵੀ ਵਿਆਖਿਆ ਕੀਤੀ। ਅਸੀਂ ਜਿਤਨੇ ਵੀ ਆਤਮਿਕ ਮਾਨਸਿਕ ਰੋਗਾਂ ਵਿੱਚ ਗ੍ਰਸਤ ਹਾਂ, ਇਸ ਦਾ ਕਾਰਨ ਹਜ਼ੂਰ ਨੇ ਬਾਣੀ ਵਿੱਚ ਦੱਸਿਆ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹ ਪੰਕਤੀਆਂ ਉਸ ਜੀਵਨ ਦੀ ਦਸ਼ਾ ਬਿਆਨ ਕਰਦੀਆਂ ਨੇ, ਜਿਹੜਾ ਜੀਵ, ਜਿਸ ਦਾ ਜੀਵਨ ਉਸ ਸਿਰਜਣਹਾਰ ਪਰਮੇਸ਼ਰ ਵਾਹਿਗੁਰੂ ਦੀ ਇਬਾਦਤ, ਬੰਦਗੀ, ਗੁਣ, ਹੁਕਮ ਦੀ ਚੇਤਨਾ ਤੋਂ ਟੁੱਟ ਗਿਆ। ਤੋ ਹਜ਼ੂਰ ਨੇ ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਜਿਹੜੇ ਸ਼ਬਦ ਵਰਤੇ ਹਨ, ਭਗਤ ਜੀ ਮਹਾਰਾਜ ਫਰਮਾਉਂਦੇ ਨੇ, ਜਿਹ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਾਸਨਾ ਮੋਹ ਅਪਰਾਧੀ। ਸਾਧੀ ਦਾ ਮਤਲਬ ਹੈ ਸਿੱਧ ਕੀਤੀ, ਪ੍ਰਗਟ ਕੀਤੀ। ਜਿਵੇਂ ਆਪਾਂ ਗੁਰਬਾਣੀ ਨੂੰ ਪੜ੍ਹੀਏ, ਜਿਹ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ। ਸਾਧੀ ਸ਼ਬਦ ਉੱਥੇ ਵੀ ਮਹਾਰਾਜ ਨੇ ਵਰਤਿਆ, ਅਵਿਦਿਆ ਸਾਧੀ, ਭਾਵ ਅਗਿਆਨਤਾ ਨੂੰ ਸਿੱਧ ਕਰ ਲਿਆ ਆਪਣੇ ਜੀਵਨ ਵਿੱਚ। ਸਾਧੀ ਦਾ ਮਤਲਬ ਹੁੰਦਾ ਸਿੱਧ ਕਰ ਲੈਣਾ। ਸਿੱਧ ਕਰਨ ਦਾ ਅਰਥ ਕੀ ਹੈ? ਕਿਸੇ ਚੀਜ਼ ਦਾ ਅਭਿਆਸ ਕਰਕੇ ਉਹਨੂੰ ਕਮਾ ਕੇ ਉਹਨੂੰ ਜ਼ਾਹਰ ਕਰ ਲੈਣਾ ਆਪਣੇ ਜੀਵਨ ਵਿੱਚੋਂ। ਗਿਆਨ ਵੀ ਇਹਦਾ ਮਤਲਬ ਹੈ ਅਗਿਆਨਤਾ ਵੀ ਜ਼ਾਹਰ ਕੀਤੀ ਜਾਂਦੀ ਹੈ। ਜਦੋਂ ਅਸੀਂ ਅਗਿਆਨਤਾ ਦਾ ਰਾਹ ਚੁਣਦੇ ਹਾਂ ਤੇ ਸਾਡੇ ਵਿਹਾਰ ਤੇ ਕਰਮ ਦੇ ਵਿੱਚੋਂ ਖੁਦ ਬੋ ਖੁਦ ਅਗਿਆਨਤਾ ਜਿਹੜੀ ਉਹ ਝਲਕਾਰੇ ਮਾਰਨ ਲੱਗ ਜਾਂਦੀ। ਗੱਲ ਭਾਵੇਂ ਅਸੀਂ ਕਿਸੇ ਜਗ੍ਹਾ ਤੋਂ ਪੜ੍ਹ ਕੇ ਕਰ ਰਹੇ ਹੋਈਏ, ਪਰ ਸਾਡਾ ਕਰਮ ਜਿਹੜਾ ਹੈ ਉਹ ਅਗਿਆਨਤਾ ਦੇ ਆਧਾਰਿਤ ਹੋਏਗਾ। ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ। ਅਗਿਆਨਤਾ ਨੂੰ ਸਿੱਧ ਕਰ ਲਿਆ ਮਨੁੱਖ ਨੇ ਆਪਣੇ ਜੀਵਨ 'ਚ, ਕਮਾ ਲਿਆ। ਇਹਦਾ ਮਤਲਬ ਹੁੰਦਾ ਹੈ ਕਮਾਉਣਾ, ਸਿੱਧ ਕਰ ਲੈਣਾ, ਪ੍ਰੈਕਟੀਕਲ ਕਰ ਲੈਣਾ, ਜੀ ਲੈਣਾ, ਹੰਢਾ ਲੈਣਾ। ਤੋ ਅਗਿਆਨਤਾ ਨੂੰ ਕਮਾਇਆ ਜਾਂਦਾ ਹੈ। ਗਿਆਨ ਨੂੰ ਵੀ ਇਹਦਾ ਮਤਲਬ ਕਮਾਇਆ ਜਾਂਦਾ ਹੈ। ਤੋ ਗਿਆਨ ਵੀ ਕੋਈ ਇਕੱਲੀ ਬੌਧਿਕ ਪ੍ਰੈਕਟਿਸ ਨਹੀਂ ਹੈ। ਬੁੱਧ ਤਾਂ ਕੇਵਲ ਜਾਣਦੀ ਹੈ, ਮਤ ਨਿਰਣਾ ਕਰਦੀ ਹੈ, ਸੁਰਤ ਵਿੱਚ ਗੱਲ ਵਸਦੀ ਹੈ ਤੇ ਕਰਮ ਦੇ ਰਾਹੀਂ ਪ੍ਰਗਟ ਹੁੰਦੀ ਹੈ। ਇਹ ਨਹੀਂ ਵੀ ਜੇ ਮਨੁੱਖ ਕੋਈ ਚਾਰ ਸਿਆਣੀਆਂ ਗੱਲਾਂ ਪੜ੍ਹ ਲੈਂਦਾ ਹੈ ਜਾਂ ਸਿਆਣੀਆਂ ਗੱਲਾਂ ਕਰ ਲੈਂਦਾ ਤੇ ਉਹ ਗਿਆਨੀ ਹੋ ਗਿਆ। ਐਸਾ ਨਹੀਂ ਮੰਨਿਆ ਗੁਰੂ ਸਾਹਿਬ ਜੀ ਦੀ ਬਾਣੀ ਨੇ, ਐਸਾ ਨਹੀਂ ਮੰਨਿਆ। ਹਜ਼ੂਰ ਨੇ ਕਿਹਾ ਗਿਆਨ ਵੀ ਕਮਾਈ ਦੀ ਵਸਤੂ ਹੈ ਤੇ ਅਗਿਆਨ ਵੀ ਕਮਾਈ ਦੀ ਚੀਜ਼ ਹੈ। ਸੋਈ ਅਵਿਦਿਆ, ਅਵਿਦਿਆ ਗਿਆਨ ਨੂੰ ਕਹਿੰਦੇ ਹਨ। ਅਗਿਆਨ ਵੀ ਸਿੱਧ ਕੀਤਾ ਹੈ ਤੇ ਗਿਆਨ ਵੀ ਸਿੱਧ ਕਰਨਾ ਪਏਗਾ। ਤੋ ਇਹ ਦੋਵੇਂ ਚੀਜ਼ਾਂ ਜਦੋਂ ਸਾਡੇ ਮਨ, ਸਾਡੀ ਸੁਰਤ ਵਿੱਚ ਵਸਣਗੀਆਂ ਤਾਂ ਸਾਡੇ ਕਰਮ ਤੇ ਵਿਹਾਰ ਦਾ ਅੰਗ ਬਣ ਜਾਣਗੀਆਂ, ਉਹਦੇ ਚੋਂ ਝਲਕਣਗੀਆਂ। ਤੋ ਕੋਈ ਅਗਿਆਨੀ ਵੀ ਗਿਆਨ ਦੀ ਗੱਲ ਕਰ ਸਕਦਾ ਹੈ। ਇਹ ਪੋਸੀਬਲ ਹੈ ਵੀ ਕੋਈ ਅਗਿਆਨੀ ਵੀ ਗਿਆਨ ਦੀ ਗੱਲ ਕਰ ਸਕਦਾ ਹੈ, ਕਿਉਂਕਿ ਗੱਲ ਕਰਨ ਤੇ ਕਿਹੜਾ ਜ਼ੋਰ ਲੱਗਦਾ ਹੈ। ਪਰ ਹਜ਼ੂਰ ਨੇ ਬਾਣੀ ਦੇ ਵਿੱਚ ਕਿਹਾ ਵੀ ਕੋਈ ਗਿਆਨੀ ਪੁਰਖ ਅਗਿਆਨ ਨਹੀਂ ਕਮਾ ਸਕਦਾ। ਜਿਸ ਦੀ ਸੁਰਤ ਵਿੱਚ ਗਿਆਨ ਹੈ ਉਹ ਅਗਿਆਨਤਾ ਭਰੀ ਗੱਲ ਵੀ ਨਹੀਂ ਕਰੇਗਾ ਤੇ ਅਗਿਆਨਤਾ ਕਮਾਏਗਾ ਵੀ ਨਹੀਂ। ਪਰ ਅਗਿਆਨੀ ਜਿਹੜਾ ਹੈ ਉਹ ਗਿਆਨ ਦਾ ਮੁਖੌਟਾ ਪਹਿਨ ਸਕਦਾ ਹੈ। ਐਸਾ ਪੋਸੀਬਲ ਹੈ, ਸੰਭਵ ਹੈ, ਇਸ ਤਰ੍ਹਾਂ ਹੋ ਸਕਦਾ। ਤੋ ਗਰੀਬ ਨਵਾਜ਼ ਨੇ ਇੱਥੇ ਵੀ ਸ਼ਬਦ ਸਾਧੀ, ਜਿਹ ਨਰ ਰਾਮ ਭਗਤ ਨਹਿ ਸਾਧੀ। ਸਰਵ ਵਿਆਪਕ ਵਾਹਿਗੁਰੂ ਦੀ ਭਗਤੀ ਨੂੰ ਜਿਸ ਨੇ ਸਿੱਧ ਨਹੀਂ ਕੀਤਾ, ਜਿਸ ਨੇ ਕਮਾਇਆ ਨਹੀਂ, ਜਿਸ ਨੇ ਇਸ ਦੀ ਕਮਾਈ ਨਹੀਂ ਕੀਤੀ, ਮਹਾਰਾਜ ਤੁਸੀਂ ਉਹਨੂੰ ਕੀ ਮੰਨਦੇ ਹੋ? ਕਹਿੰਦੇ ਜਨਮਤ ਕਾਸਨਾ ਮੋਹ ਅਪਰਾਧੀ। ਉਹ ਜੰਮਦਾ ਹੀ ਕਿਉਂ ਨਾ ਮਰ ਗਿਆ, ਐਸਾ ਅਪਰਾਧੀ ਬਿਰਤੀ ਵਾਲਾ। ਇਹਦਾ ਭਾਵ ਹੁੰਦਾ ਹੈ ਜਿਵੇਂ ਕੋਈ ਇਹ ਸਾਡਾ ਭਾਸ਼ਾਈ ਬੋਲੀ ਦਾ ਮੁਹਾਵਰਾ ਹੈ। ਜਿਹੜੀ ਮਾਂ ਅਰਦਾਸ ਕਰਕੇ ਮਨ 'ਚ ਕਾਮਨਾ ਰੱਖ ਕੇ ਬੱਚੇ ਦੀ ਦਾਤ ਮੰਗਦੀ ਹੈ, ਫਿਰ ਉਸ ਬੱਚੇ ਨੂੰ ਪਾਲਦੀ ਹੈ ਤੇ ਉਹਦੇ ਲਈ ਆਪਣਾ ਖੂਨ ਪਸੀਨਾ ਤੱਕ ਵੀ ਵਹਾ ਦਿੰਦੀ ਹੈ,
ਬੱਚੇ ਨੂੰ ਇੰਨਾ ਸਨੇਹ ਤੇ ਪ੍ਰੇਮ ਕਰਨ ਵਾਲੀ ਤੇ ਉਹਦੀ ਲੰਮੀ ਉਮਰ ਦੀ ਕਾਮਨਾ ਕਰਨ ਵਾਲੀ ਮਾਂ ਜਦੋਂ ਆਪਣੇ ਬੱਚੇ ਹੱਥੋਂ ਦੁੱਖ ਤੇ ਤਕਲੀਫ ਪਾਉਂਦੀ ਹੈ ਤਾਂ ਕਈ ਵਾਰ ਉਹ ਆਪਣੇ ਅੰਦਰ ਦੀ ਖਿਝ ਨੂੰ ਸ਼ਬਦਾਂ ਦਾ ਰੂਪ ਦੇ ਕੇ ਆਖਦੀ ਹੈ, ਤੂੰ ਜੰਮਦਾ ਹੀ ਕਿਉਂ ਨਾ ਮਰ ਗਿਆ। ਸਾਡੀ ਬੋਲੀ ਵਿੱਚ ਇਹ ਮੁਹਾਵਰਾ ਹੈ ਵੀ ਤੂੰ ਜੰਮਦਾ ਹੀ ਕਿਉਂ ਨਾ ਮਰ ਗਿਆ। ਇਹਦਾ ਮਤਲਬ ਹੈ ਵੀ ਤੇਰੇ ਇਸ ਲਾਈਫ ਪੀਰੀਅਡ ਦਾ, ਤੇਰੇ ਇਸ ਜੀਵਨ ਸਮੇਂ ਦਾ, ਜੀਵਨ ਅਵਧੀ ਦਾ ਮੈਨੂੰ ਕੋਈ ਲਾਭ ਨਹੀਂ ਹੋਇਆ। ਤੂੰ ਮੇਰਾ ਬੱਚਾ ਹੈ, ਪੁੱਤਰ ਹੈ, ਤੇਰੇ ਲਈ ਮੈਂ ਹਰ ਸੰਭਵ ਕਾਮਨਾ ਕੀਤੀ ਤੇ ਯਤਨ ਕੀਤਾ, ਤੇਰਾ ਮੈਂ ਭਲਾ ਵੀ ਲੋਚਿਆ ਤੇ ਤੇਰੀ ਮੈਂ ਪਾਲਣਾ ਵੀ ਕੀਤੀ, ਪਰ ਤੇਰੀ ਤਰਫੋਂ ਬੱਚੇ ਵਰਗਾ ਨਾ ਸਨੇਹ ਮਿਲਿਆ ਤੇ ਨਾ ਤੂੰ ਕੋਈ ਫਰਜ਼ ਅਦਾ ਕੀਤਾ। ਉਲਟਾ ਤੂੰ ਮੇਰੀ ਜ਼ਿੰਦਗੀ ਵਿੱਚ ਦੁੱਖ ਤੇ ਤਕਲੀਫਾਂ ਭਰ ਦਿੱਤੀਆਂ ਨੇ। ਤੂੰ ਜੰਮਦਾ ਹੀ ਕਿਉਂ ਨਾ ਮਰ ਗਿਆ। ਇਹਦਾ ਮਤਲਬ ਹੈ ਵੀ ਤੇਰੇ ਹੋਣ ਦਾ ਮੈਨੂੰ ਕੋਈ ਲਾਭ ਨਹੀਂ ਹੋਇਆ। ਇਹਦਾ ਭਾਵ ਇਹ ਨਿਕਲਦਾ ਹੈ ਵੀ ਤੇਰੇ ਹੋਣ ਦਾ ਮੈਨੂੰ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਉਲਟਾ ਤੂੰ ਸਗੋਂ ਮੇਰੇ ਉੱਤੇ ਬੋਝ ਹੈ, ਹੋ ਕੇ ਤੂੰ ਮੇਰੇ ਉੱਤੇ ਬੋਝ ਹੈ, ਹੋ ਕੇ ਤੂੰ ਮੇਰੇ ਲਈ ਦੁੱਖ ਹੈ ਤੇ ਮੁਸ਼ਕਲਾਂ ਦਾ ਘਰ ਹੈ। ਤੋ ਇਸ ਭਾਵ ਵਿੱਚ ਵੀ ਇਹ ਮੁਹਾਵਰਾ ਜਿਹੜਾ ਹੈ, ਇਹ ਕਥਨ ਜਿਹੜਾ ਹੈ, ਇਹ ਵਰਤਿਆ ਜਾਂਦਾ। ਤੇ ਜਦੋਂ ਭਗਤ ਕਬੀਰ ਜੀ ਕਹਿੰਦੇ ਨੇ ਕਿਸੇ ਜੀਵਨ ਨੂੰ ਜਨਮਤ ਕਸ ਨਾ ਮੋਹ, ਵੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ, ਇਹਦਾ ਮਤਲਬ ਹੈ ਵੀ ਇਸ ਮਨੁੱਖ ਦੇ ਜੀਵਨ ਦਾ ਕੋਈ ਲਾਭ ਨਹੀਂ ਹੋਇਆ। ਭਗਤ ਕਬੀਰ ਜੀ ਦੀ ਬਾਣੀ ਵਿੱਚ ਐਸੇ ਬਹੁਤ ਹਵਾਲੇ ਨੇ। ਉਹਨਾਂ ਦਾ ਇੱਕ ਸ਼ਲੋਕ ਹੈ, ਉਹ ਕਹਿੰਦੇ ਨੇ ਵੀ ਰੱਬ ਦਾ, ਪਰਮੇਸ਼ਰ ਦਾ ਪਿਆਰਾ ਇਸ ਦੁਨੀਆ ਤੋਂ ਜਦੋਂ ਜਾਂਦਾ ਹੈ ਤਾਂ ਕਹਿੰਦੇ ਇਸ ਗੱਲ ਉੱਤੇ ਫਖਰ ਕਰਨਾ ਚਾਹੀਦਾ, ਮਨੁੱਖ ਮਾਣ ਕਰਨਾ ਚਾਹੀਦਾ। ਪਤਾ ਹੈ ਕਿਉਂ? ਕਹਿੰਦੇ ਨੇ ਉਸ ਨੇ ਇਸ ਜੀਵਨ ਨੂੰ ਬੜੇ ਸੁਚੱਜੇ ਢੰਗ ਨਾਲ ਜੀਵਿਆ ਤੇ ਉਹ ਇੱਕ ਬੜੀ ਚੰਗੀ ਵਿਰਾਸਤ ਤੇ ਸਿੱਖਿਆ ਤੇ ਸੇਧ ਸੰਸਾਰ ਲਈ ਛੱਡ ਗਈ। ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਅਗਲਾ ਵਚਨ ਕੀ ਕਿਹਾ? ਰੋਵੋ ਸਾਕਤ ਬਾਪੁਰੈ ਜੋ ਹਾਟੈ ਹਾਟ ਬਿਕਾਏ। ਕਹਿੰਦੇ ਰੋਣਾ ਤੇ ਸਾਕਤ ਨੂੰ ਚਾਹੀਦਾ, ਮੰਦੇ ਅਮਲ ਵਾਲੇ ਨੂੰ। ਇਹਦੇ ਜੀਵਨ ਦਾ ਕੀ ਅਰਥ ਨਿਕਲਿਆ? ਇਹਨੂੰ ਜੀਵਨ ਵੀ ਮਿਲਿਆ, ਸਰੀਰ ਵੀ ਮਿਲਿਆ, ਇਸ ਕੁਦਰਤ ਵਿੱਚ ਰਿਹਾ ਵੀ, ਇਸ ਧਰਤੀ ਤੇ ਇਹਨੇ ਹਰ ਵਸਤੂ ਵੀ ਹੰਢਾਈ, ਪਰ ਬਦਲੇ ਵਿੱਚ ਇਹਨੇ ਕੀਤਾ ਕੀ ਦਾ ਕਰਮ ਕੀ ਸੀ? ਇੱਕ ਕਰਮ ਹੀ ਤੇ ਇਹਨੇ ਅਦਾ ਕਰਨਾ ਸੀ। ਕੁਦਰਤ ਨੇ ਇਹਨੂੰ ਸਾਰਾ ਕੁਝ ਦਿੱਤਾ, ਇਹਨੇ ਉਸ ਸਰੀਰ ਨਾਲ ਇੱਕ ਕਰਮ ਹੀ ਕਰਨਾ ਸੀ। ਇਹਦੇ ਕੋਲੋਂ ਉਹ ਵੀ ਚੰਗਾ ਨਹੀਂ ਸਰਿਆ, ਇਹ ਇੰਨਾ ਵੀ ਵਾਪਸ ਨਹੀਂ ਮੋੜ ਸਕਿਆ। ਤੋ ਕਹਿੰਦੇ ਨੇ ਰੋਵੋ ਸਾਕਤ ਬਾਪੁਰੇ। ਇੱਕ ਬਚਨ ਹੋਰ ਕਹਿੰਦੇ ਨੇ, ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ। ਉਹ ਸਾਕਤ ਬਾਪੁਰਾ ਮਰ ਗਿਆ, ਕੋਈ ਨਾ ਲਹਿ ਨਾ। ਹੁਣ ਗੱਲ ਤਾਂ ਹੁੰਦੀ ਹੈ ਵੀ ਕੰਪੇਅਰ ਕਰਕੇ ਕਿਸੇ ਮਨੁੱਖ ਦੇ ਨਖਿੱਧ ਕਰਮ ਨੂੰ ਤਾੜਨਾ ਕਰਨੀ। ਇਹਦਾ ਭਾਵ ਇਹ ਹੁੰਦਾ ਉਹਦੇ ਲਈ ਸਾਨੂੰ ਬਿੰਬ, ਪ੍ਰਤੀਕ, ਮੁਹਾਵਰੇ ਤੇ ਉਦਾਹਰਣਾਂ ਵਰਤੀਆਂ ਜਾਂਦੀਆਂ। ਤੋ ਕਬੀਰ ਜੀ ਨੇ ਵੀ ਵਰਤੀਆਂ। ਉਹ ਕਹਿੰਦੇ ਨੇ ਸਾਕਤ ਤੇ ਸ਼ੂਕਰ ਭਲਾ। ਸਾਕਤ ਦਾ ਭਾਵ ਹੈ ਜਿਹੜਾ ਰੱਬੀ ਹੁਕਮ ਨਾਲੋਂ, ਪਰਮੇਸ਼ਰੀ ਚੇਤਨਾ ਨਾਲੋਂ ਟੁੱਟਿਆ ਹੋਇਆ ਜੀਵ, ਨਖਿੱਧ ਤੇ ਮੰਦੇ ਅਮਲ ਤੇ ਕਰਮਾਂ ਵਾਲਾ ਮਨੁੱਖ ਹੈ, ਉਹਨੂੰ ਕਿਹਾ ਗਿਆ ਹੈ ਬਾਣੀ ਵਿੱਚ ਸਾਕਤ। ਕਿਉਂਕਿ ਸਾਕਤ ਦੀ ਇੱਕ ਡੈਫੀਨੇਸ਼ਨ ਹੈ ਗੁਰੂ ਗ੍ਰੰਥ ਸਾਹਿਬ 'ਚ। ਕਹਿੰਦੇ ਸਾਕਤ ਬੰਦੇ ਤੋਂ ਸੂਰ ਚੰਗਾ ਹੈ। ਸੂਰ ਘੱਟੋ ਘੱਟ ਫਿਜ਼ੀਕਲੀ ਗੰਦਗੀ ਖਾ ਕੇ ਸਫਾਈ ਕਰਦੇ ਨੇ, ਤੇ ਸਾਕਤ ਨੇ ਕੀ ਕੀਤਾ? ਉਹਨੇ ਫਿਜ਼ੀਕਲੀ ਵੀ ਤੇ ਮੈਂਟਲੀ ਵੀ ਆਪਣੇ ਵਿਹਾਰ ਨਾਲ ਵੀ ਸੰਸਾਰ ਵਿੱਚ ਗੰਦਗੀ ਹੀ ਪਸਾਰੀ। ਬੰਦਾ ਕਈ ਵਾਰ ਸੋਚਦਾ ਹੈ ਮੈਂ ਤੇ ਬੜਾ ਸਾਫ ਸੁਥਰਾ ਹਾਂ, ਮੇਰੇ ਕੋਲ ਸਾਫ ਸੁਥਰੇ ਕੱਪੜੇ ਨੇ, ਸਾਫ ਸੁਥਰੇ ਘਰ 'ਚ ਰਹਿਣਾ, ਬੜੀ ਸਫਾਈ ਰੱਖਦਾ ਮੈਂ ਤਾਂ ਆਪਣੇ ਹੱਥ ਉੱਤੇ, ਸਰੀਰ ਤੇ ਮੈਲ ਨਹੀਂ ਲੱਗਣ ਦਿੰਦਾ, ਮਿੱਟੀ ਦਾ ਕਣ ਨਹੀਂ ਡਿੱਗਣ ਦਿੰਦਾ, ਮੈਂ ਤੇ ਸੰਸਾਰ ਵਿੱਚ ਬਹੁਤ ਸੁਚੱਜੇ ਸਫਾਈ ਵਾਲਾ ਜੀਵਨ ਜੀਣ ਵਾਲਾ ਮਨੁੱਖ ਹਾਂ। ਨਹੀਂ, ਕਈ ਵਾਰ ਅਸੀਂ ਆਪਣੇ ਵਿਹਾਰ ਨਾਲ ਇੰਨੀ ਗੰਦਗੀ ਪਸਾਰ ਜਾਂਦੇ ਹਾਂ ਵੀ ਜਿਹੜੀ ਧੋਤੀ ਨਹੀਂ ਜਾ ਸਕਦੀ ਤੇ ਉਹਨੂੰ ਸਦੀਆਂ ਲੱਗ ਜਾਂਦੀਆਂ ਨੇ ਧੋਂਦਿਆਂ। ਸਾਡੀ ਗੱਲ ਵੀ ਮੈਲੀ ਹੋਵੇਗੀ, ਸਾਡਾ ਵੇਖਣਾ ਵੀ ਮੈਲਾ ਹੋਏਗਾ, ਸਾਡਾ ਸੋਚਣਾ ਵੀ ਮੈਲਾ ਹੋਏਗਾ, ਸਾਡਾ ਸੁਣਨਾ ਵੀ ਮੈਲਾ ਹੋਏਗਾ। ਸਾਡਾ ਜਿਹੜਾ ਐਕਸ਼ਨ ਹੈ ਫਿਜ਼ੀਕਲੀ, ਅਸੀਂ ਜੋ ਕਰਮ ਕਰਦੇ ਹਾਂ, ਜੋ ਵਿਹਾਰ ਕਰਦੇ ਹਾਂ, ਉਹਦੇ ਵਿੱਚ ਵੀ ਮੈਲ। ਤੇ ਉਹ ਮੈਲ ਕੀ ਹੈ? ਜਦੋਂ ਕਿਸੇ ਪ੍ਰਤੀ ਬੁਰਾ ਭਾਵ ਸਾਡੇ ਮਨ 'ਚ ਆਇਆ
ਤਾਂ ਗੁਰੂ ਸਾਹਿਬ ਨੇ ਕਿਹਾ ਮਨ ਮੈਲਾ ਹੋ ਗਿਆ। ਕਿਸੇ ਪ੍ਰਤੀ ਮੰਦ ਭਾਵਨਾ ਦੇ ਨਾਲ, ਭਾਵਨਾ ਮੰਦੀ ਹੈ ਤੇ ਫਿਰ ਤੁਸੀਂ ਗੱਲ ਕਰਦੇ ਹੋ ਕਿਸੇ ਦੇ ਲਈ, ਮੰਦੀ ਭਾਵਨਾ ਲੈ ਕੇ ਕਰਦੇ ਹੋ, ਤਾਂ ਉਹ ਗੱਲ ਪਵਿੱਤਰ ਨਹੀਂ, ਸੋਹਣੀ ਨਹੀਂ, ਉਹ ਗੱਲ ਮੈਲੀ ਤੇ ਗੰਦੀ ਹੈ। ਜਦੋਂ ਸਾਡੇ ਕੰਨਾਂ ਨੂੰ ਇਹ ਆਦਤ ਹੈ ਵੀ ਮੰਦ ਭਾਵਨਾ ਨਾਲ ਕਿਸੇ ਦੀ ਗੱਲ ਸੁਣੀ ਜਾਏ, ਭਾਵਨਾ ਮਾੜੀ ਹੈ ਉਸ ਮਨੁੱਖ ਪ੍ਰਤੀ, ਤੇ ਚਾਹੁੰਦੇ ਆ ਵੀ ਉਹਦੇ ਬਾਰੇ ਕੋਈ ਸਾਡੇ ਕੋਲ ਗੱਲ ਕਰੇ, ਉਹਦੇ ਪ੍ਰਤੀ ਭੈੜੀ ਗੱਲ ਕਰੇ, ਤੇ ਸਾਡੇ ਮਨ ਨੂੰ ਸਕੂਨ ਜਿਹਾ ਮਿਲਣ ਲੱਗ ਪਏ, ਸਮਝੋ ਸਾਡੀ ਸਰੋਤ ਮੈਲੀ ਹੈ। ਅਸੀਂ ਇਹ ਕੀ ਵਿਹਾਰ ਕਰਦੇ ਹਾਂ? ਜ਼ਬਾਨ, ਭਾਵਨਾ ਮੈਲੀ ਹੈ, ਮਾੜੇ ਖਿਆਲ ਕਿਸੇ ਪ੍ਰਤੀ ਆਉਂਦੇ ਨੇ, ਭਾਵਨਾ ਮੈਲੀ ਹੈ, ਵੇਖਣਾ ਮਾੜਾ ਚੰਗਾ ਲੱਗਦਾ ਹੈ, ਭਾਵਨਾ ਮੈਲੀ ਹੈ, ਉਹੋ ਜਿਹਾ ਬੋਲਣਾ ਚੰਗਾ ਲੱਗਦਾ ਹੈ, ਉਹੋ ਜਿਹਾ ਸੁਣਨਾ ਚੰਗਾ ਲੱਗਦਾ, ਤੇ ਜੇ ਮੌਕਾ ਬਣ ਜਾਏ ਤੇ ਉਸ ਵਿਰੁੱਧ ਕੁਝ ਕਰਨਾ ਵੀ ਚੰਗਾ ਲੱਗਦਾ। ਸ਼ਰਾਰਤ, ਪ੍ਰਾਪੋਗੰਡਾ, ਕਿਉਂਕਿ ਭਾਵਨਾ ਪਿੱਛੇ ਹੈ ਵੀ ਇਸ ਮਨੁੱਖ ਦਾ ਬੁਰਾ ਹੋਏ, ਭਾਵਨਾ ਪਿੱਛੇ ਹੈ ਵੀ ਇਸ ਮਨੁੱਖ ਨੂੰ ਤਬਾਹ ਕੀਤਾ ਜਾ ਸਕੇ। ਉਹ ਜਿਹੜਾ ਇਹ ਜੋ ਅਸੀਂ ਕਰਦੇ ਹਾਂ, ਕਿ ਇਹ ਸਾਫ ਸੁਥਰਾ ਵਿਹਾਰ ਹੈ? ਨਹੀਂ, ਇਹ ਵੀ ਤੇ ਮੈਲ ਹੀ ਹੈ ਜਿਹੜੀ ਅਸੀਂ ਸੰਸਾਰ 'ਚ ਪਾਉਂਦੇ ਹਾਂ, ਇਹ ਵੀ ਤੇ ਉਹ ਗੰਦਗੀ ਹੈ ਜਿਹੜੀ ਸੰਸਾਰ 'ਚ ਪਸਾਰਦੇ ਹਾਂ। ਸਾਕਤ ਸੂਰ ਤੋਂ ਇਸ ਕਰਕੇ ਬੁਰਾ ਹੈ ਵੀ ਸੂਰ ਤੇ ਜੂਨ ਹੈ, ਇੱਕ ਨਖਿੱਧ ਜੀ ਜੂਨ ਉਹਨੂੰ ਮੰਨਦੇ ਨੇ ਲੋਕ, ਗੰਦਗੀ ਖਾਣੀ, ਮੈਲਾ ਕੁਚੀਲਾ ਜੀਵ। ਪਰ ਘੱਟੋ ਘੱਟ ਉਹ ਸ਼ਹਿਰ ਦੀ ਗੰਦਗੀ ਜ਼ਰੂਰ ਜਿੰਨੀ ਕੁ ਉਹਦੇ ਹਿੱਸੇ ਆਉਂਦੀ ਉਹ ਖਾ ਜਾਂਦਾ ਤੇ ਸਫਾਈ ਕਰਦਾ। ਸ਼ਹਿਰਾਂ 'ਚ ਇਸੇ ਕਰਕੇ ਕਈ ਜਗ੍ਹਾ ਤੇ ਭਾਰਤ ਵਿੱਚ ਜਾਂ ਹੋਰ। ਪਰ ਸਾਕਤ ਕੀ ਕਰਦਾ? ਉਹ ਰੇਸ਼ਮ ਦੇ ਕੱਪੜੇ ਪਹਿਨ ਕੇ ਵੀ ਗੰਦਗੀ ਪਾ ਜਾਂਦਾ, ਉਹ ਸੋਨੇ ਤੇ ਹੀਰੇ ਜਵਾਹਰਾਤਾਂ ਦੀਆਂ ਪੁਸ਼ਾਕਾਂ ਪਹਿਨ ਕੇ ਵੀ ਜਗਤ ਦੇ ਵਿੱਚ ਮੈਲ ਪਸਾਰ ਦਿੰਦਾ। ਆਪਣੇ ਕਰਮ ਤੇ ਵਿਹਾਰ ਦੇ ਰਾਹੀਂ ਉਹ ਸਾਰੇ ਪਾਸੇ ਵਿਹਾਰ ਹੀ ਮੈਲਾ ਕਰਦਾ, ਕਿਉਂਕਿ ਉਹਦੇ ਅੰਦਰ ਜਿਹੜੀ ਫੀਲਿੰਗ ਹੈ, ਜਿਹੜੀ ਉਹਦੀ ਭਾਵਨਾ ਹੈ, ਉਹ ਨਖਿੱਧ ਹੈ ਤੇ ਮੈਲ ਭਰੀ। ਤਾਂ ਗੁਰੂ ਸਾਹਿਬ ਨੇ ਆਖਿਆ ਵੀ ਤੇਰੇ ਸਾਫ ਸੁਥਰੇ ਵਸਤਰ ਕੀ ਕਰਨਗੇ? ਤੇਰੇ ਸਰੀਰ ਨੂੰ ਤੀਰਥਾਂ ਤੇ ਵੀ ਨਿਭਾ ਲਿਆ ਜਾਏ ਤੇ ਕੀ ਲਾਭ ਹੋਏਗਾ? ਬਾਹਰ ਧੋਤੀ ਤੁੰਬੜੀ, ਅੰਦਰ ਵੇਸਨ ਕੋਰ, ਸਾਧ ਭਲੇ ਅਨਨਾਤਿਆਂ, ਚੋਰ ਸੇ ਚੋਰਾ ਚੋਰ। ਜੇ ਪਾਕ ਪਵਿੱਤਰ ਮਨ ਵਾਲਾ ਕਿਸੇ ਤੀਰਥ ਤੇ ਨਾ ਵੀ ਜਾਏ ਤੇ ਉਹਨੂੰ ਕੋਈ ਘਾਟਾ ਨਹੀਂ ਪੈਣ ਲੱਗਿਆ, ਕੋਈ ਉਹ ਪਾਪੀ ਨਹੀਂ ਬਣੇਗਾ। ਤੇ ਜੇ ਚੋਰ ਅੰਦਰੋਂ ਮਾੜੀ ਭਾਵਨਾ ਨਾ ਛੱਡੇ ਤੇ ਸਾਰੇ ਤੀਰਥਾਂ ਤੇ ਚੁੱਭੇ ਲਾ ਲਵੇ, ਹਜ਼ੂਰ ਨੇ ਬੜਾ ਸਪਸ਼ਟ ਕਹਿ ਦਿੱਤਾ, ਲੋਕੀ 68 ਤੀਰਥ ਨਾਈ, ਕੌਰਾ ਪਾਨ ਤਉ ਨਾ ਜਾਏ। ਜਿਹੜਾ ਧਰਮ ਹੈ, ਹਜ਼ੂਰ ਨੇ ਕਰਮ ਕਾਂਡ ਨੂੰ ਇਸੇ ਕਰਕੇ ਪਾਸੇ ਤੇ ਰੱਖ ਲਿਆ ਵੀ ਧਰਮ ਜਿਹੜਾ ਹੈ ਉਹ ਵਿਖਾਵੇ ਨਾਲ ਧਰਮੀ ਨਹੀਂ ਬਣਿਆ ਜਾ ਸਕਦਾ, ਨਾ ਹੀ ਕੇਵਲ ਫਿਜ਼ੀਕਲੀ ਕੁਝ ਚੀਜ਼ਾਂ ਦੀ ਪ੍ਰੈਕਟਿਸ ਕਰਕੇ ਤੁਸੀਂ ਮਹਿਜ਼ ਧਰਮੀ ਬਣ ਸਕਦੇ। ਜੇ ਸਾਡੇ ਅੰਦਰ ਭਾਵਨਾ ਦਾ ਸ਼ੁੱਧੀਕਰਨ ਨਹੀਂ ਹੋਇਆ, ਖਿਆਲ ਸਾਡੇ ਪਵਿੱਤਰ ਨਹੀਂ ਹੋਏ, ਮੰਦੀ ਭਾਵਨਾ ਸਾਡੇ ਅੰਦਰੋਂ ਖਤਮ ਨਹੀਂ ਹੋ ਰਹੀ, ਤਾਂ ਬਾਹਰ ਦੇ ਜਿੰਨੇ ਮਰਜ਼ੀ ਯਤਨ ਕੋਈ ਕਰੀ ਜਾਏ, ਇਹਦੇ ਨਾਲ ਕੀ ਫਾਇਦਾ, ਕੀ ਲਾਭ ਹੋਇਆ? ਤੋ ਅਪਰਾਧ ਇਹਨੂੰ ਕਿਹਾ, ਹਮ ਅਪਰਾਧ ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਚੁਰਾਏ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦਿਆ, ਤਿਸਕੀ ਭਾਓ ਭਗਤ ਨਹਿ ਸਾਧੀ। ਤੋ ਜੋ ਅਸੀਂ ਕਾਨੂੰਨ ਦੀ ਦ੍ਰਿਸ਼ਟੀ 'ਚ ਕਰੀਏ ਨਾ, ਇੱਥੇ ਆਪਾਂ ਰਹਿੰਦੇ ਹਾਂ, ਕਾਨੂੰਨ ਦੇ ਖਿਲਾਫ ਕੋਈ ਕੰਮ ਕਰੀਏ ਜਾਂ ਐਸਾ ਕੰਮ ਕਰੀਏ ਜਿਹੜਾ ਕਾਨੂੰਨ ਦੇ ਦਾਇਰੇ 'ਚ ਗਲਤ ਮੰਨਿਆ, ਉਹਨੂੰ ਆਪਾਂ ਜੁਰਮ ਕਿਹਾ ਜਾਂਦਾ। ਜੁਰਮ ਕਰਨਾ, ਜੁਰਮ, ਇਲੀਗਲ। ਜਿਹੜਾ ਕਰਮ ਸਾਡੇ ਮਨ ਦੇ ਪੱਧਰ ਤੇ ਬੁਰਾ ਹੁੰਦਾ ਹੈ, ਮਨ ਦੇ ਵਿੱਚ ਬੁਰਾਈ ਆ ਗਈ, ਉਹ ਪਾਪ ਹੈ। ਤੁਸੀਂ ਉਹਨੂੰ ਭਾਵੇਂ ਪ੍ਰੈਕਟੀਕਲੀ ਕਰੋ ਚਾਹੇ ਨਾ ਕਰੋ। ਤੇ ਜਿਹੜੀ ਚੀਜ਼ ਅੰਦਰ ਮੈਲੀ ਭਾਵਨਾ ਤੇ ਅਸੀਂ ਬਾਹਰੋਂ ਵੀ ਕਰ ਲਿਆ, ਉਹ ਅਪਰਾਧ ਦੀ ਸ਼੍ਰੇਣੀ ਵਿੱਚ ਆ ਜਾਂਦਾ। ਅਪਰਾਧ ਤਿੰਨਾਂ ਚੀਜ਼ਾਂ ਦਾ ਇੱਕ ਅਰਥ ਹੈ। ਜੁਰਮ, ਕਾਨੂੰਨ ਦੀ ਦ੍ਰਿਸ਼ਟੀ 'ਚ ਜਿਹੜੀ ਚੀਜ਼ ਗਲਤ ਹੈ ਉਹ ਕਰ ਲਈ, ਤੁਸੀਂ ਜੁਰਮ ਹੋ ਗਿਆ। ਹੋ ਸਕਦਾ ਜਿਹੜੀ ਚੀਜ਼ ਇੱਥੇ ਜੁਰਮ ਹੈ ਦੂਜੀ ਸਟੇਟ 'ਚ ਨਾ ਹੋਵੇ, ਹੋ ਸਕਦਾ ਜੋ ਇੱਥੇ ਜੁਰਮ ਹੈ ਕਿਸੇ ਦੂਜੇ ਦੇਸ਼ 'ਚ ਨਾ ਹੋਵੇ, ਥੋੜ੍ਹਾ ਬਹੁਤ ਅੰਤਰ ਪੈ ਸਕਦਾ। ਕਿਸੇ ਪਾਸੇ ਸੱਜੇ ਟ੍ਰੈਫਿਕ ਚੱਲਦੀ ਹੈ ਤੇ ਖੱਬੇ ਜਾਣ ਵਾਲੇ ਦੇ ਉੱਤੇ ਜੁਰਮ ਆਇਦ ਹੁੰਦਾ ਹੈ, ਕਿਸੇ ਜਗ੍ਹਾ ਤੇ
ਖੱਬੇ ਚੱਲਦੀ ਹੈ ਤੇ ਸੱਜੇ ਜਾਣ ਵਾਲੇ ਦੇ ਉੱਤੇ ਕਾਨੂੰਨ ਸਿਕੰਜਾ ਕੱਸਦਾ ਤੂੰ ਰੌਂਗ ਜਾ ਰਿਹਾ, ਇੰਨਾ ਕੁ ਫਰਕ ਪੈ ਸਕਦਾ। ਤੋ ਕਾਨੂੰਨ ਦੀ ਉਲੰਘਣਾ ਜੁਰਮ ਦੇ ਦਾਇਰੇ 'ਚ ਆਉਂਦੀ। ਕਾਨੂੰਨ ਦਾ ਉਲੰਘਣ ਜੁਰਮ ਹੈ। ਮਨ ਅੰਦਰ ਮੰਦ ਭਾਵਨਾ ਦਾ ਵਾਸਾ ਹੋਣਾ ਪਾਪ ਹੈ। ਉਸ ਮੰਦ ਭਾਵਨਾ ਦੀ ਪ੍ਰੈਕਟਿਸ ਹੋ ਜਾਣੀ ਸਰੀਰ ਦੇ ਨਾਲ ਅਪਰਾਧ ਹੈ। ਇਸ ਲਈ ਪਾਪ ਤੇ ਅਪਰਾਧ ਸ਼ਬਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਕੱਠਾ ਵੀ ਮਿਲੇ। ਹਮ ਅਪਰਾਧ ਪਾਪ ਬਹੁ ਕੀਨੇ, ਕਰ ਦੁਸ਼ਟੀ ਚੋਰ ਚੁਰਾਇਆ। ਉਹ ਅਪਰਾਧ ਹੈ ਜਿਹੜੇ ਪਾਪ ਨੂੰ, ਜਿਹੜੇ ਅੰਦਰ ਦੀ ਭਾਵਨਾ ਨੂੰ ਤੁਸੀਂ ਫਿਜ਼ੀਕਲੀ ਪ੍ਰੈਕਟਿਸ ਵਿੱਚ ਵੀ ਲੈ ਆਂਦਾ, ਉਹ ਅਪਰਾਧ ਵੀ ਨਾ। ਪਾਪ ਤੇ ਹੋਇਆ ਇਸੀ ਨਾਲ ਅਪਰਾਧ ਵੀ ਹੋ ਗਿਆ। ਤੋ ਪਾਪੀ ਵੀ ਹੈ, ਅਪਰਾਧੀ ਵੀ ਹੈ। ਤੋ ਇਹਨਾਂ ਸ਼ਬਦਾਂ ਦੇ ਭਾਵ ਨੇ ਵੀ ਸਮਾਜਿਕ ਤੌਰ ਤੇ ਵੀ ਤੁਸੀਂ ਗਲਤ, ਫੀਲਿੰਗ ਤੇ ਤੁਹਾਡੀ ਸੋਚ ਤੇ ਗਲਤ ਸੀ ਹੀ ਸੀ, ਉਹਦੇ ਤੇ ਵਰਕ ਕਰਨ ਦੀ ਬਜਾਏ ਤੁਸੀਂ ਹੋਰ ਸਮਾਜ ਵਿੱਚ, ਸੁਸਾਇਟੀ 'ਚ ਇੰਪਲੀਮੈਂਟ ਕਰ ਲਿਆ, ਤੁਸੀਂ ਪਾਪੀ ਦੇ ਨਾਲ ਅਪਰਾਧੀ ਵੀ ਹੋ ਗਏ। ਤੋ ਐਸਾ ਅਪਰਾਧੀ ਜਿਹੜਾ ਉਹ ਅੰਦਰੋਂ ਵੀ ਮੈਲਾ ਹੈ ਤੇ ਬਾਹਰੋਂ ਵੀ ਮੈਲਾ ਹੈ। ਇੱਕ ਤੇ ਉਹ ਹੁੰਦਾ ਨਾ ਜਿਹੜਾ ਅੰਦਰੋਂ ਤੇ ਮੈਲਾ ਸ਼ਰਮ ਲਿਹਾਜ਼ ਪਾਲ ਗਿਆ ਵੀ ਨਹੀਂ, ਇਵੇਂ ਨਹੀਂ ਕਰਨਾ। ਕਿਸੇ ਹੱਦ ਤੱਕ ਉਹ ਮਨੁੱਖ ਸਮਾਜ ਦੀ ਫੇਵਰ ਕਰ ਗਿਆ, ਕਿਸੇ ਸਟੈਪ ਤੱਕ ਉਹਨੂੰ ਧਰਮੀ ਹੋਣ ਦਾ ਰੁਤਬਾ ਤੇ ਨਹੀਂ ਮਿਲੇਗਾ, ਪਰ ਇੰਨਾ ਉਹ ਫੇਵਰ ਕਰ ਗਿਆ ਵੀ ਜਿਹੜੀ ਦੁਨੀਆ 'ਚ ਰਹਿੰਦਾ ਘੱਟੋ ਘੱਟ ਉਹ ਸ਼ਰਮ ਲਿਹਾਜ਼ ਪਾਲ ਗਿਆ। ਪਰ ਜਿਸ ਦਾ ਲਿਹਾਜ਼ ਤੇ ਸ਼ਰਮ ਵੀ ਜਾਂਦੀ ਰਹੀ, ਉਹ ਅਪਰਾਧੀ, ਪਾਪੀ ਤੇ ਸੀ ਹੀ, ਉਹ ਅਪਰਾਧੀ ਵੀ ਹੋ ਗਿਆ। ਤੋ ਉਸ ਨੂੰ ਮਹਾਰਾਜ ਬਾਣੀ 'ਚ ਕਹਿੰਦੇ ਨੇ ਜਨਮਤ ਕਸ ਨਾ ਮੋਹ। ਜਿਹੜਾ ਐਸੇ ਪਾਪ ਦੇ ਨਾਲ ਅਪਰਾਧ ਵੀ ਕਰਦਾ ਹੈ, ਉਹਦੀ ਜ਼ਿੰਦਗੀ ਦਾ ਕੀ ਲਾਭ ਹੋਇਆ, ਕੀ ਫਾਇਦਾ ਹੋਇਆ। ਤੋ ਆਰੰਭ ਦੇ ਵਾਕ ਵਿੱਚ ਭਗਤ ਜੀ ਮਹਾਰਾਜ ਫਰਮਾਉਂਦੇ ਨੇ, ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ। ਮਹਤਾਰੀ ਸ਼ਬਦ ਜਿਵੇਂ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਗੁਰੂ ਰਾਮਦਾਸ ਮਹਾਰਾਜ ਦਾ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਮਾਂ ਬਾਂਝ ਹੋਵੇ ਤੇ ਇਹਦਾ ਮਤਲਬ ਹੈ ਉਹ ਬੱਚਾ ਪੈਦਾ ਨਹੀਂ ਕਰ ਸਕਦੀ। ਤੇ ਜਦੋਂ ਇਹ ਬੋਲੀ ਦੇ ਭਾਸ਼ਾਈ ਮੁਹਾਵਰੇ ਨੇ, ਕਿਸੇ ਨੂੰ ਕਹਿਣਾ ਤੂੰ ਮੇਰੇ ਲਈ ਜਿਉਂਦਾ ਹੀ ਮਰ ਗਿਆ, ਕਿਸੇ ਨੂੰ ਕਹਿਣਾ ਤੂੰ ਜੰਮਦਾ ਹੀ ਕਿਉਂ ਨਾ ਮਰ ਗਿਆ, ਕਿਸੇ ਨੂੰ ਇਹ ਕਹਿਣਾ ਵੀ ਤੇਰੀ ਮਾਂ ਬਾਂਝ ਕਿਉਂ ਨਾ ਹੋਵੇ, ਇੱਕ ਆਮ ਬੋਲੀ ਦੇ ਮੁਹਾਵਰੇ ਸਨ। ਗੱਲ ਉਸ ਬੰਦੇ ਦੀ ਹੁੰਦੀ ਸੀ ਵੀ ਤੇਰਾ ਜਨਮ ਕਿਸੇ ਅਰਥ ਨਹੀਂ, ਤੇਰਾ ਜੀਵਨ ਕਿਸੇ ਲੇਖੇ ਨਹੀਂ, ਤੇਰੇ ਜੀਵਨ ਦਾ ਕੋਈ ਲਾਭ ਨਹੀਂ। ਕੁੱਲ ਮਿਲਾ ਕੇ ਉਹਦੇ ਲਈ ਪਰ ਇਨਡਾਇਰੈਕਟਲੀ ਜੇ ਮੁਹਾਵਰੇ ਜਿਹੜੇ ਸਨ ਬੋਲੀ ਦੇ ਵਰਤੇ ਜਾਂਦੇ ਸਨ, ਕਥਨ ਵਰਤੇ ਜਾਂਦੇ ਸਨ, ਇਹ ਇੱਕ ਤਰ੍ਹਾਂ ਦੀ ਉਸ ਨੂੰ ਲਾਹਨਤ, ਇੱਕ ਤਰ੍ਹਾਂ ਦਾ ਉਸ ਨੂੰ ਤਾੜਨਾ, ਉਹਦੇ ਜੀਵਨ ਤੇ ਪ੍ਰਸ਼ਨ ਚਿੰਨ੍ਹ ਲਾਉਣਾ। ਭਾਵ ਅਸਲ ਵਿੱਚ ਇਹ ਹੁੰਦਾ ਸੀ, ਗੱਲ ਵੱਖਰੀ ਵੱਖਰੀ। ਤੋ ਸਦੀਆਂ ਤੋਂ ਚੱਲ ਰਹੇ ਮੁਹਾਵਰੇ ਜਿਹੜੇ ਨੇ ਮਹਾਰਾਜ ਨੇ ਬਾਣੀ 'ਚ ਵਰਤੇ, ਪਰ ਉਹਦੇ ਪਿੱਛੇ ਜਿਹੜੀ ਭਾਵਨਾ ਵਰਤੀ ਹੈ ਉਹ ਕਿਸੇ ਦੀ ਮਾਂ ਨੂੰ ਬੁਰਾ ਬੋਲਣਾ ਨਹੀਂ ਹੈ। ਜਿਨ੍ਹਾਂ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਉਹਦੀ ਮਾਂ ਬਾਂਝ ਕਿਉਂ ਨਾ ਹੋਵੇ, ਇੱਕ ਮੁਹਾਵਰਾ। ਇਹਦਾ ਮਤਲਬ ਇਹਦਾ ਜਨਮ ਕਿਉਂ ਹੋਇਆ। ਤੋ ਇਸ ਦੇ ਕਈ ਵਿਦਵਾਨ ਸੱਜਣ ਇਹ ਅਰਥ ਵੀ ਕਰਦੇ ਹਨ ਵੀ ਉਸ ਦੀ ਮਤ ਬਾਂਝ ਹੈ, ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਪ੍ਰਤੀ ਚੇਤਨਾ, ਚਿੰਤਨ ਪੈਦਾ ਨਹੀਂ ਹੁੰਦਾ। ਜਿਵੇਂ ਧਰਤੀ ਹੁੰਦੀ ਹੈ ਨਾ, ਧਰਤੀ ਜ਼ਰਖੇਜ਼ ਵੀ ਹੈ ਤੇ ਬੰਜਰ ਵੀ। ਬੰਜਰ ਭੂਮੀ ਕਿਹਨੂੰ ਕਿਹਾ ਜਾਂਦਾ? ਜਿੱਥੇ ਬੀਜ ਤੁਸੀਂ ਪਾ ਦਿਓ, ਭਾਵੇਂ ਰੁੱਤ ਵੀ ਹੋਵੇ, ਬੀਜ ਪਾ ਦਿਓ, ਉੱਗੇਗਾ ਨਹੀਂ। ਵੀ ਉਹ ਧਰਤੀ 'ਚ ਇੰਨੀ ਸ਼ਕਤੀ ਨਹੀਂ। ਮਿੱਟੀ ਜਿਹੜੀ ਹੈ ਉਹ ਬੀਜ ਨੂੰ, ਉਹਦਾ ਔਂਕਰ ਫੁੱਟ ਜਾਏ, ਉਹ ਬੀਜ ਦਾ ਔਂਕਰ ਫੁੱਟੇ, ਫਸਲ ਪੈਦਾ ਹੋਏ, ਇੰਨੀ ਯੋਗਤਾ ਉਸ ਮਿੱਟੀ ਵਿੱਚ ਨਹੀਂ ਵੀ ਉਹ ਬੀਜ ਨੂੰ ਅੱਗੇ ਵਧਾ ਸਕੇ। ਇਸੇ ਤਰ੍ਹਾਂ ਉਹ ਮਤ ਵੀ ਬਾਂਝ ਹੈ, ਜਿਸ ਵਿੱਚ ਚੰਗਾ ਉਪਦੇਸ਼ ਖਿਆਲ ਰੂਪ ਬੀਜ ਤੇ ਡਿੱਗਦਾ ਹੈ, ਪਰ ਪ੍ਰੈਕਟਿਸ ਵਿੱਚ ਨਹੀਂ ਆਉਂਦਾ, ਅਭਿਆਸ ਵਿੱਚ ਨਹੀਂ ਆਉਂਦਾ। ਉਹ ਮਤ ਬਾਂਝ ਹੈ। ਜਿਸ ਹਿਰਦੇ, ਜਿਸ ਜੀਵਨ ਵਿੱਚੋਂ ਮਨ ਗਿਆਨ ਦੀ ਵਿਚਾਰ ਨਹੀਂ ਕਰਦਾ। ਕਈ ਸੱਜਣ ਇਸ ਦਾ ਇਹ ਅਰਥ ਵੀ ਕਰਦੇ ਨੇ, ਔਰ ਇਹ ਵੀ ਸਵਾਦਲਾ ਅਰਥ ਹੈ। ਇੱਕ ਤਾਂ ਆਪਾਂ ਸਿੱਧਾ ਅਰਥ ਕਰੀਏ, ਜੇ ਕੁਲ ਪੂਤ ਨਾ ਗਿਆਨ ਵਿਚਾਰੀ। ਜਿਸ ਕੁਲ ਵਿੱਚ ਪੈਦਾ ਹੋ ਕੇ ਕਿਸੇ ਬੱਚੇ ਨੇ ਗਿਆਨ ਦੀ ਵਿਚਾਰ ਨਹੀਂ ਕੀਤੀ, ਭਾਵ ਸੋਝੀਹੀਣ ਹੈ, ਜਿਸ ਨੇ ਵਿਵੇਕ ਤੋਂ ਕੰਮ ਨਹੀਂ ਲਿਆ, ਜਿਸ ਨੇ ਕੋਈ
ਜਿਸ ਨੂੰ ਅਸੀਂ ਕਹਿੰਦੇ ਨਾ ਆਪਣੇ ਆਪ ਨੂੰ ਸੂਝਵਾਨ ਬਣਾਉਣਾ, ਮੰਦੇ ਅਮਲਾਂ ਤੋਂ ਰੋਕਣਾ। ਜਿਸ ਨੇ ਕਾਰਜ ਨਹੀਂ ਕੀਤਾ, ਵਿਧਵਾ ਕਸ ਨਾ ਭਾਈ ਮੈਂ ਤਾਰੀ, ਉਹਦੀ ਮਾਂ ਵਿਧਵਾ ਕਿਉਂ ਨਾ ਹੋਈ। ਇਹਦਾ ਮਤਲਬ ਹੈ ਵੀ ਨਾ ਉਸ ਦੀ ਮਾਂ ਵਿਧਵਾ ਕਿਉਂ ਨਾ ਹੋਵੇ, ਵੀ ਨਾ ਉਹ ਇਸ ਨੂੰ ਜੰਮਦੀ ਤੇ ਨਾ ਇਹ ਮੰਦੇ ਕਰਮ ਕਰਦਾ। ਇੱਕ ਤਾਂ ਇਹ ਜਿਹੜਾ ਇਸ ਦਾ ਸਿੱਧਾ ਸਿੱਧਾ ਅਰਥ ਲਿਆ ਜਾਂਦਾ ਹੈ। ਤੇ ਇਸ ਨੂੰ ਵਿਚਾਰਵਾਨਾਂ ਨੇ ਇੱਕ ਹੋਰ ਭਾਵ ਵੀ ਦਿੱਤਾ ਹੈ। ਜਿਸ ਸਰੀਰ ਰੂਪੀ ਕੁੱਲ ਵਿੱਚ ਮਨ ਨੇ ਪਰਮੇਸ਼ਰ ਦੇ ਉਪਦੇਸ਼ ਦੀ ਵਿਚਾਰ ਨਹੀਂ ਕੀਤੀ, ਐਸੀ ਨਿਰਣਾਕਾਰੀ ਮਤ ਜਿਹੜੀ ਹੈ, ਕਿਉਂਕਿ ਮਾਤਾ ਮਤ ਪਿਤਾ ਸੰਤੋਖ ਕਹਿ ਬਾਣੀ, ਉਸ ਨੂੰ ਬਾਂਝ ਕਿਉਂ ਨਾ ਕਿਹਾ ਜਾਏ, ਬੰਜਰ ਭੂਮੀ ਵਰਗੀ ਉਹ ਮਤ ਕਿਉਂ ਨਾ ਆਖੀ ਜਾਏ। ਤੋ ਹਜ਼ੂਰ ਮਹਾਰਾਜ ਅੱਗੇ ਫਰਮਾਉਂਦੇ ਹਨ, ਜਿਹ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਾਸਨਾ ਮੋਹ ਅਪਰਾਧੀ, ਮੋਚ ਮੋਚ ਗਰਭ ਗਏ ਕੀ ਨ ਬਚਿਆ। ਕਈ ਗਰਭ ਜਿਹੜੇ ਸਨ ਉਹ ਗਿਰ ਗਏ, ਬੱਚੇ ਦੀ ਪ੍ਰੋਪਰ ਕਾਇਆ ਮਾਂ ਦੇ ਗਰਭ ਵਿੱਚ ਨਹੀਂ ਬਣੀ ਤੇ ਗਰਭ ਗਿਰ ਗਿਆ। ਕਹਿੰਦੇ ਨੇ ਪਰ ਇਸ ਅਪਰਾਧੀ ਦਾ ਵੀ ਗਰਭ ਗਿਰ ਜਾਂਦਾ ਤੇ ਚੰਗਾ ਹੁੰਦਾ, ਇਹ ਵੀ ਜਨਮ ਨਾ ਲੈਂਦਾ ਤੇ ਨਾ ਇਹ ਅਪਰਾਧ ਕਰਦਾ, ਨਾ ਦੁਨੀਆ ਦੇ ਤੋਂ ਦੁਖੀ ਹੁੰਦੀ। ਤੋ ਇਸ ਦਾ ਭਾਵ ਵੀ ਵਿਚਾਰਵਾਨਾਂ ਨੇ ਇਹ ਵੀ ਦੱਸਿਆ ਵੀ ਸਾਡੇ ਬਿਰਤੀ ਵਿੱਚ ਬੜੇ ਖਿਆਲ ਐਸੇ ਆਉਂਦੇ ਨੇ ਤੇ ਖਤਮ ਹੋ ਜਾਂਦੇ ਨੇ, ਉਹ ਇੰਪਲੀਮੈਂਟ ਨਹੀਂ ਹੁੰਦੇ। ਪਰ ਇੱਕ ਮੰਦਾ ਖਿਆਲ ਸਾਡੇ ਅੰਦਰ ਆਇਆ ਤੇ ਉਹ ਇੰਨਾ ਇੰਪਲੀਮੈਂਟ ਹੋਇਆ ਵੀ ਸਾਰੀ ਜ਼ਿੰਦਗੀ ਉਹਦੇ ਤੇ ਡਿਪੈਂਡ ਹੋ ਗਈ। ਜਿੱਥੇ ਇੰਨੇ ਖਿਆਲ ਹਿਰ ਗਏ ਸਨ, ਖਤਮ ਹੋ ਗਏ ਸਨ, ਉੱਥੇ ਇਹ ਮੰਦਾ ਖਿਆਲ ਵੀ ਖਤਮ ਹੋ ਜਾਂਦਾ ਤੇ ਅਸੀਂ ਅਪਰਾਧੀ ਨਾ ਬਣਦੇ। ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਭੁੱਜ ਰੂਪ ਜੀਵੇ ਜਗ ਮਜਿਆ। ਕਹਿੰਦੇ ਨੇ ਐਸਾ ਮਨੁੱਖ ਜਿਹੜਾ ਆਪਣੀ ਸੁਰਤ ਵਿੱਚ ਮੰਦੇ ਖਿਆਲਾਂ ਨੂੰ ਪਾਲਦਾ ਅਪਰਾਧ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ, ਪਾਪ ਤੋਂ ਅਪਰਾਧ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ। ਫਰਮਾਉਂਦੇ ਹਨ, ਬੁੱਢ ਭੁੱਜ, ਜਿਵੇਂ ਜਿਹਦੀਆਂ ਭੁਜਾਵਾਂ ਬੁੱਢੀਆਂ ਹੋਈਆਂ ਹੋਣ, ਇਹਦਾ ਮਤਲਬ ਹੁੰਦਾ ਹੈ ਡੁੱਡੀਆਂ ਬਾਹਾਂ ਵਾਲਾ, ਪਿੰਗਲਾ, ਕੋੜੀ, ਜਿਹਦੇ ਸਰੀਰ ਦੇ ਅੰਗ ਸਿੱਥਲ ਕਮਜ਼ੋਰ ਹੋ ਜਾਣ ਬਿਮਾਰੀ ਨਾਲ ਤੇ ਉਹ ਕੰਮ ਨਾ ਕਰਦੇ। ਕਹਿੰਦੇ ਨੇ ਉਹ ਕੋੜੀਆਂ ਵਾਂਗ ਇਸ ਸੰਸਾਰ ਦੇ ਵਿੱਚ ਫਿਰਦਾ ਹੈ। ਉਦਮਹੀਨ ਯਤਨਹੀਨ ਮਨੁੱਖ, ਜਿਵੇਂ ਕੋਈ ਬੰਦਾ ਕੰਮ ਨਾ ਪਾ ਕੇ ਨੇ ਤੇਰੇ ਹੱਥ ਟੁੱਟੇ ਨੇ ਜਾਂ ਹੱਥ ਕੋੜੇ ਨੇ, ਆਪੇ ਕਰ ਲੈ। ਇੱਕ ਨਿੱਕਾ ਜਿਹਾ ਕੰਮ ਹੈ, ਤੇਰੇ ਸਰੀਰ 'ਚ ਵਾਹਿਗੁਰੂ ਨੇ ਜਾਨ ਪਾਈ ਹੈ, ਤੂੰ ਉਡੀਕਦਾ ਵੀ ਕੋਈ ਆਵੇ ਤੇ ਕਰੇ। ਕਿ ਆਪਾਂ ਕਈ ਵਾਰ ਕਹਿ ਦਿੰਦੇ ਨਾ ਆਪਣੀ ਬੋਲੀ 'ਚ ਵੀ ਤੂੰ ਕੋੜ ਹੈ, ਤੇਰੇ ਹੱਥਾਂ ਨੂੰ ਕੋੜ ਚੱਲਿਆ, ਤੂੰ ਵੀ ਕੰਮ ਕਰ। ਤੇ ਇਹ ਨਕੰਮੇਪਨ ਨੂੰ, ਜਿੱਥੇ ਨਕੰਮਾਪਨ ਆ ਜਾਏ ਨਾ ਸੁਭਾਅ 'ਚ, ਵੀ ਕੰਮ ਮੇਰੇ ਸਾਹਮਣੇ ਹੈ, ਕਰਨ ਵਾਲਾ ਹੈ, ਮੇਰੇ ਕੋਲ ਸਮਾਂ ਹੈ, ਮੈਂ ਕਰ ਸਕਦਾ, ਫਿਰ ਵੀ ਕਿਸੇ ਦੀ ਵੇਟ ਕਰੀ ਜਾਣ ਵੀ ਕੋਈ ਆਵੇ ਤੇ ਕਰੇ, ਕੋਈ ਜ਼ਿੰਮੇਵਾਰੀ ਨਿਭਾਏ, ਵੀ ਉਹ ਵੀ ਤਾਂ ਤੇਰੇ ਵਰਗਾ ਹੈ। ਤੋ ਐਸਾ ਨਕੰਮਾਪਨ ਜਿਹੜਾ ਹੈ ਉਹ ਬੋਝ ਵਰਗਾ ਹੁੰਦਾ, ਹਮੇਸ਼ਾ ਦੂਜਿਆਂ ਦੀ ਵੇਟ ਕਰਦਾ ਰਹੇਗਾ ਵੀ ਪਿਆਸ ਮੈਨੂੰ ਲੱਗੀ, ਮੈਨੂੰ ਪਾਣੀ ਵੀ ਦੂਜਾ ਬੰਦਾ ਆਏ ਤੇ ਫੜਾ ਦੇ। ਭੁੱਖ ਲੱਗੀ ਹੈ, ਰੋਟੀ ਮੇਰੇ ਸਾਹਮਣੇ, ਦੂਜਾ ਬੰਦਾ ਆਏ ਤੇ ਮੈਨੂੰ, ਜੇ ਉਹ ਨਾ ਹੀ ਆਏਗਾ ਤੇ ਤੂੰ ਭੁੱਖਾ ਰਹਿ ਜਾਏਗਾ। ਇੰਨਾ ਨਕੰਮਾਪਨ, ਇੰਨਾ ਆਲਸ ਜੀਵਨ ਵਿੱਚ ਆ ਜਾਣਾ। ਤੂੰ ਦੂਜਾ ਬੰਦਾ ਕਈ ਵਾਰ ਉਹਨੂੰ ਖਿੱਚ ਕੇ ਕਹਿ ਦਿੰਦਾ ਵੀ ਵਿਹਲਾ ਬੈਠਾ ਹੈ, ਮੈਂ ਤੇ ਬਿਜੀ ਸਾਂ, ਪਾਣੀ ਤੇਰੇ ਸਾਹਮਣੇ, ਤੇਰੇ ਹੱਥਾਂ ਨੂੰ ਕੋੜ ਚੱਲਿਆ, ਪਾਣੀ ਫੜ ਦੋ ਤੇ ਪੀ ਲੈਨੋ। ਇੱਕ ਮੁਹਾਵਰਾ ਹੋ ਗਿਆ ਨਾ, ਕਥਨ ਹੋ ਗਿਆ, ਉਹਦੇ ਨਕੰਮੇਪਨ ਨੂੰ ਝਾੜ ਪਾਉਣ ਵਾਸਤੇ। ਤੋ ਉਸ ਨੂੰ ਭਗਤ ਜੀ ਕਹਿੰਦੇ ਨੇ ਬੁੱਢ, ਜਿਹੜਾ ਬੰਦਾ ਆਪਣੇ ਸਰੀਰ ਨਾਲ ਕੋਈ ਭਲੇ ਦਾ ਕੰਮ ਨਹੀਂ ਕਰਦਾ, ਕੋਈ ਪਰਉਪਕਾਰ ਨਹੀਂ ਕਰਦਾ, ਕੋਈ ਮਦਦਗਾਰ ਨਹੀਂ ਕਿਸੇ ਦਾ ਹੁੰਦਾ, ਕਹਿੰਦੇ ਉਹ ਸੰਸਾਰ ਜਿਵੇਂ ਜੀਵਨ ਜਿਉਂਦਾ ਜਿਵੇਂ ਕੋੜਾ ਹੋਵੇ, ਆਰੀ ਹੋਵੇ, ਸਰੀਰ ਤੋਂ ਕਮਜ਼ੋਰ ਹੋਵੇ ਜਿਵੇਂ ਸਰੀਰ। ਤੋ ਇੱਕ ਵਾਰਤਾ ਲਿਖੀ ਹੈ, ਇੱਕ ਨਿਗਮ ਨੇ ਸ਼ਾਇਦ ਲਿਖੀ ਹੈ, ਮੈਂ ਨਾ ਭੁੱਲਦਾ ਹਾਂ, ਕਿ ਇੱਕ ਬਜ਼ੁਰਗ ਸਿੱਖ ਨਿਹੰਗ ਸਿੰਘ, ਉਹਦੇ ਕੋਲ ਦੀ ਇੱਕ ਆਫੀਸਰ ਗੁਜ਼ਰਿਆ ਤੇ ਉਹਨੇ ਵੇਖਿਆ ਵੀ ਇਹ ਤਸਲੇ ਭਰ ਕੇ ਨਾ ਮਿੱਟੀ ਦੇ ਤੇ ਰਾਹ ਤੇ ਪਾਉਂਦਾ, ਫਿਰ ਉਹਨੂੰ ਕੁੱਟਦਾ ਤੇ ਰਾਹ ਸਾਫ਼ ਕਰ ਰਿਹਾ। ਤੇ ਕੋਈ ਉੱਥੇ ਆਲੇ ਦੁਆਲੇ ਭੀੜ ਨਹੀਂ, ਕੋਈ ਵੇਖਣ ਵਾਲਾ। ਉਹਨੇ ਉਹਨੂੰ ਪੁੱਛਿਆ ਵੀ ਤੂੰ ਇਹ ਕੀ ਕਰਦਾ? ਕਹਿੰਦਾ ਜੀ ਰਸਤਾ ਖਰਾਬ ਸੀ, ਮੇਰੇ ਕੋਲ ਸਮਾਂ ਸੀ ਤੇ ਲੋਕ ਤੰਗ ਹੁੰਦੇ ਸਨ ਲੰਘਦਿਆਂ, ਤੇ ਮੈਂ ਸੋਚਿਆ ਚਲੋ ਸਮਾਂ ਵੀ ਹੈ, ਵਿਹਲੇ ਆ ਤੇ ਚਲੋ ਇੰਨਾ ਕੁ
ਸੇਵਾ ਦਾ ਕੰਮ ਕਰ ਲਈਏ। ਹੁਣ ਜਿਹੜੀ ਉਹਦੇ ਵਿੱਚੋਂ ਜਿਹੜਾ ਜੋ ਕੁਝ ਰਿਜ਼ਲਟ ਕੱਢਿਆ ਉਹ ਇਹ ਸੀ ਕਿ ਇਹ ਬੰਦਾ ਕਿਸੇ ਨੂੰ ਵਿਖਾਉਣ ਲਈ ਕੰਮ ਨਹੀਂ ਕਰ ਰਿਹਾ। ਇੱਕ ਤਾਂ ਹੁੰਦਾ ਨਾ ਅਸੀਂ ਵਿਖਾ ਕੇ ਕੰਮ ਕਰਦੇ ਹਾਂ, ਕਿਸੇ ਨੂੰ ਵਿਖਾਉਣ ਲਈ ਕੰਮ ਨਹੀਂ ਕਰਦੇ, ਅੱਗੋਂ ਪਿੱਛੋਂ ਨਹੀਂ ਕਰਨਾ। ਤੁਹਾਡੇ ਕੋਲ ਸਮਾਂ ਹੋਵੇ ਤੁਸੀਂ ਬੈਠੇ ਰਹਿੰਦੇ ਹੋ, ਜਦੋਂ ਦਿਸੇ ਵੀ ਅਗਲਾ ਮੈਨੂੰ ਵੇਖ ਰਿਹਾ ਉਦੋਂ ਕੰਮੇ ਲੱਗ ਜਾਓ। ਲੋਕਾਂ ਦੀ ਦ੍ਰਿਸ਼ਟੀ ਵਿੱਚ ਇਹ ਹੋ ਜਾਏ ਵੀ ਬਹੁਤ ਸੇਵਾ ਕਰਦਾ, ਬੜਾ ਕੰਮ ਕਰਦਾ ਬੰਦਾ, ਬੜਾ ਜ਼ਿੰਮੇਵਾਰ ਬੰਦਾ, ਉਹ ਨਕੰਮੇਪਨ ਤੇ ਮਖੌਟਾ ਚਾੜ ਲਿਆ ਜਾਂਦਾ ਕਈ ਵਾਰ। ਤੇ ਜਿਵੇਂ ਕਹਿੰਦੇ ਨੇ ਜੋ ਦਿਸਦਾ ਉਹ ਵਿਕਦਾ ਹੈ। ਉਹ ਜਿਹੜਾ ਪਿੱਠ ਪਿੱਛੇ ਕਰਦਾ ਰਿਹਾ ਉਹਨੂੰ ਕਈ ਵਾਰ ਕੋਈ ਸਮਝਦਾ ਹੀ ਨਹੀਂ, ਜਿਹੜਾ ਸਾਹਮਣੇ ਐਵੇਂ ਭਾਂਡੇ ਚੁੱਕੀ ਫਿਰ ਉਹਨੂੰ ਲੋਕ ਕਹਿਣਗੇ ਬੜਾ ਕੰਮ ਕਰਦਾ, ਉਹਦੇ ਹੱਕ 'ਚ 4 ਵਕੀਲ ਐਵੇਂ ਹੀ ਖੜੇ ਹੋ ਜਾਣਗੇ, ਕਿਉਂਕਿ ਉਹਨਾਂ ਨੂੰ ਜੋ ਦਿਸਿਆ ਉਹਨਾਂ ਨੇ ਉਹਨੂੰ ਸੱਚ ਮੰਨ ਲਿਆ। ਤਾਂ ਉਹ ਕਿਸੇ ਨੂੰ ਵਿਖਾਉਣ ਲਈ ਨਹੀਂ ਸੀ ਕਰ ਰਿਹਾ, ਤੇ ਨਾ ਹੀ ਉਹਨੂੰ ਕੋਈ ਮਜ਼ਦੂਰੀ ਮਿਲ ਰਹੀ ਸੀ ਉਸ ਕੰਮ ਦੀ। ਉਹ ਕਿਉਂ ਕਰ ਰਿਹਾ ਸੀ? ਉਹਦੇ ਕੋਲ ਸਮਾਂ ਸੀ ਤੇ ਕੰਮ ਉਹਦੇ ਸਾਹਮਣੇ ਕਰਨ ਵਾਲਾ ਸੀ, ਪਰਉਪਕਾਰ ਦਾ, ਵੀ ਭਲਾ ਹੋ ਜਾਏ, ਵੀ ਰਾਹ ਟੁੱਟੇ, ਲੋਕ ਤੰਗ ਹੁੰਦੇ ਨੇ, ਮੈਂ ਠੀਕ ਕਰ ਦੇਣਾ। ਉਹਨੂੰ ਪੁੱਛਿਆ ਤੂੰ ਕਿਉਂ ਕੀਤਾ ਇਹ ਕੰਮ? ਬੰਦਾ ਕਿਸੇ ਮਜ਼ਦੂਰੀ 'ਚ ਕਰੇ ਤਾਂ ਠੀਕ ਹੈ, ਕੋਈ ਉਜਰ ਮਿਲਣਾ ਹੋਵੇ ਤਾਂ ਠੀਕ ਹੈ, ਜਾਂ ਕਿਸੇ ਕੋਈ ਵੇਂਦਾ ਹੋਵੇ ਘੱਟੋ ਘੱਟ ਸ਼ਾਬਾਸ਼ ਦੇਣ ਵਾਲਾ ਹੋਵੇ ਬੰਦਾ ਤਾਂ ਵੀ ਕਰ ਜਾਂਦਾ ਵੀ ਚਲੋ ਠੀਕ ਹੈ। ਤੂੰ ਕਿਉਂ ਕਰਦਾ? ਕਹਿੰਦਾ ਮੇਰੇ ਗੁਰੂ ਦਾ ਮੈਨੂੰ ਹੁਕਮ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ। ਮੈਂ ਤਾਂ ਆਪਣੇ ਗੁਰੂ ਦੇ ਹੁਕਮ ਦੇ ਤਾਮੀਲ ਕਰਦਾ। ਇਹਦਾ ਮਤਲਬ ਪ੍ਰੇਰਨਾ ਕਿਹੜੀ ਚੀਜ਼ ਦੀ ਹੈ? ਗੁਰੂ ਦੀ। ਉਹ ਜਵਾਬ ਦੇ ਕਿਸੇ ਨੂੰ ਨਹੀਂ ਹੋਇਆ, ਉਹ ਗੁਰੂ ਨੂੰ ਜਵਾਬ ਦੇ ਹੋਇਆ। ਇਹਨੂੰ ਸੇਵਾ ਕਹਿੰਦੇ। ਤਾਂ ਉਹ ਜਿਹੜਾ ਜੀਵਨ ਹੈ ਜਿੱਥੇ ਪ੍ਰੇਰਨਾ, ਅੰਤਰ ਪ੍ਰੇਰਨਾ ਗੁਰੂ ਦੀ ਹੈ, ਤੇ ਸ਼ਾਬਾਸ਼ ਵੀ ਉਹਨੂੰ ਗੁਰੂ ਤੋਂ ਚਾਹੀਦੀ, ਹੋਰ ਕਿਸੇ ਤੋਂ ਨਹੀਂ ਚਾਹੀਦੀ। ਤਾਂ ਉਹ ਉਦਮੀ ਜੀਵਨ ਜਿਹੜਾ ਹੈ ਉਹ ਪਰਉਪਕਾਰੀ ਜੀਵਨ ਮੰਨਿਆ ਗਿਆ। ਪਾਤਸ਼ਾਹ ਨੇ ਇੱਥੇ ਫਰਮਾਇਆ ਹੈ, ਕਹੋ ਕਬੀਰ ਜੈਸੇ ਸੁੰਦਰ ਸਰੂਪ, ਹੇ ਕਬੀਰ ਆਖ ਜਿਸ ਤਰ੍ਹਾਂ ਕੋਈ ਸੋਹਣੇ ਤੇ ਸੁੰਦਰ ਸਰੂਪ ਵਾਲਾ ਵੀ ਹੋਏ, ਭਾਵ ਉਹਦੀ ਦਿੱਖ ਸੋਹਣੀ ਹੋਏ, ਉਹਦਾ ਪਹਿਰਾਵਾ ਵਧੀਆ ਹੋਏ, ਉਹਦੇ ਨੈਣ ਨਕਸ਼ ਬਹੁਤ ਸੋਹਣੇ ਹੋਣ, ਪਰ ਨਾਮ ਬਿਨਾ ਜੈਸੇ ਕੁਬਜ ਕਰੂਪ। ਕਹਿੰਦੇ ਨੇ ਜੇ ਪਰਮੇਸ਼ਰ ਦੀ ਯਾਦ, ਜੇ ਉਹਦਾ ਚਿੰਤਨ ਸਹੀ ਨਹੀਂ ਨਾ, ਉਹਦੀ ਭਾਵਨਾ ਸਹੀ ਨਹੀਂ, ਉਹਦਾ ਕਰਮ ਵੀ ਸਹੀ ਨਹੀਂ, ਤਾਂ ਉਹਦੀ ਇਕੱਲੀ ਫਿਜ਼ੀਕਲੀ ਦਿੱਖ ਜਾਂ ਪਹਿਰਾਵਾ ਜਾਂ ਉਹਦੇ ਹਾਵ ਭਾਵ ਜੋ ਦਿਸ ਰਿਹਾ ਹੈ, ਵਿਖਾਵਾ ਹੈ ਜਿਹੜਾ ਉਹਦਾ, ਉਹ ਵੀ ਕੁਰੂਪ ਹੈ, ਉਹਨੂੰ ਵੀ ਸੁੰਦਰ ਨਹੀਂ ਕਿਹਾ ਜਾ ਸਕਦਾ। ਮੇਰੀ ਦ੍ਰਿਸ਼ਟੀ 'ਚ ਕਹਿੰਦੇ ਨੇ ਉਹ ਫਿਜ਼ੀਕਲੀ ਸੋਹਣਾ ਹੁੰਦਿਆਂ, ਸਰੀਰਕ ਸੁੰਦਰਤਾ ਰੱਖਦਿਆਂ ਵੀ ਉਹ ਉਹਦੇ ਵਰਗਾ ਕਰੂਪ ਕੋਈ ਨਹੀਂ ਦੁਨੀਆ 'ਚ, ਤੇ ਉਹ ਮੇਰੀ ਦ੍ਰਿਸ਼ਟੀ 'ਚ ਕੁੱਬਾ ਤੇ ਕੋੜਾ ਹੈ। ਸੋ ਸਾਹਿਬ ਮਹਾਰਾਜ ਇਸ ਮੁਬਾਰਕ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਚੇਤਨਾ, ਨੇਕ ਅਮਲ, ਉੱਚੇ ਆਚਰਣ ਨੂੰ ਸਲਾਹੁਤਾ ਦਿੰਦੇ ਹਨ। ਗਰੀਬ ਨਵਾਜ ਮਿਹਰ ਕਰਨ, ਸ਼ਬਦ ਦਾ ਉਪਦੇਸ਼ ਸਾਡੀ ਪ੍ਰੇਰਣਾ ਦਾ ਸਰੋਤ ਬਣੇ। ਭੁੱਲਾਂ ਚੁੱਕਾਂ ਦੀ ਖਿਮਾ, ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ